ਆਦਿ ਗੁਰੇ ਨਮः ਜੁਗਾਦਿ ਗੁਰੇ ਨਮः ਸਤਿਗੁਰੇ ਨਮः ਸ੍ਰੀ ਗੁਰੁਦੇਵ ਨਮः। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ। ਭਾਗਾਂ ਵਾਲਿਓ, ਉਸ ਬਰਾਗਣ ਰੂਹ ਬ੍ਰਹਮ ਗਿਆਨੀ ਮਾਤਾ ਮਾਈ ਦੇਸਾਂ ਦੀ ਬਰਸੀ ਦੇ ਦਿਨ ਚੱਲ ਰਹੇ ਹਨ। ਕੱਲ੍ਹ ਨੂੰ ਸਾਲਾਨਾ ਵਰਸੀ ਹੈ ਮਾਤਾ ਜੀ ਦੀ। ਆਪ ਸਭ ਨੂੰ ਬੇਨਤੀ ਹੈ ਕਿ ਜਿਹੜੇ ਵੀ ਗੁਰਮੁਖ ਪਿਆਰੇ ਪਹੁੰਚ ਸਕਦੇ ਹਨ ਜ਼ਰੂਰ ਹਾਜ਼ਰੀਆਂ ਭਰਿਓ, ਦਰਸ਼ਨ ਦਿਦਾਰੇ ਕਰਿਓ। ਦੁਨੀਆ ਦੇ ਵਿੱਚ ਬਚੀ ਹੋਈ ਇੱਕੋ ਇੱਕ ਆਖਰੀ ਨਿਸ਼ਾਨੀ ਜੋ ਅੱਜ ਵੀ ਸਹੀ ਸਲਾਮਤ ਹੈ, ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸਹਿਨਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਅਨੇਕਾਂ ਸਿੰਘਾਂ ਨਾਲ ਜਿੱਥੇ ਬਿਰਾਜੇ, ਉਹਨਾਂ ਦੇ ਪਿਆਰ ਦੀ ਪ੍ਰੇਮਾ ਭਗਤੀ ਦੀ ਗਵਾਹੀ ਭਰਦਾ ਉਹ ਬੁਰਜ ਜੋ ਅੱਜ ਗੋਬਿੰਦ ਧਾਮ ਬਣ ਚੁੱਕਿਆ, ਜਿੱਥੇ ਗੁਰੂ ਗੋਬਿੰਦ ਦੀਆਂ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ, ਨਤਮਸਤਕ ਹੁੰਦੀਆਂ, ਪਿਆਰ ਸਤਿਕਾਰ ਨਾਲ ਆ ਕੇ ਆਪਣਾ ਜਨਮ ਸਫਲਾ ਕਰਦੀਆਂ। ਉਹਨਾਂ ਸਾਰੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਦੀਆਂ ਜੋ ਪਿਆਰ ਵਜੋਂ ਸਤਿਗੁਰੂ ਬਖਸ਼ਿਸ਼ ਕਰਕੇ ਗਏ। ਉਹ ਦਸਤਾਰ ਜਿਹਨੂੰ ਦੇਣ ਵੇਲੇ ਪਾਤਸ਼ਾਹ ਨੇ ਬਚਨ ਕੀਤੇ ਕਿ ਇਹ ਦੇਸਾਂ ਮਾਈ ਤੇਰੀ ਸਾਈਂ ਦਰ ਸਮਾਈ, ਅਕਾਲ ਪੁਰਖ ਸਹਾਈ, ਆ ਲਓ ਸਾਡਾ ਦਸਤਾਰਾ। ਜਦੋਂ ਹੀ ਇਹਦੇ ਸਾਹਮਣੇ ਬੈਠ ਕੇ ਨਿਤਨੇਮ ਕਰੋਗੇ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰੋਗੇ, ਤੁਹਾਨੂੰ ਸਾਡੇ ਹੀ ਦਰਸ਼ਨ ਹੋਣਗੇ। ਇਹ ਵਰ ਦਿੱਤਾ ਗੁਰੂ ਨਾਨਕ ਦੇ ਘਰ ਦੀ ਸਭ ਤੋਂ ਪਾਵਰਫੁੱਲ ਵਿਧੀ ਕਿ ਪਵਨ ਗੁਰੂ ਹੈ, ਤੇ ਇਸ ਗੁਰੂ ਦੇ ਚਰਨ ਕਿਵੇਂ ਪਰਸਨੇ ਨੇ ਉਹ ਸਮਝਾਇਆ। ਕਿਵੇਂ ਇਸ ਗੁਰੂ ਦੇ ਲੜ ਲੱਗ ਕੇ ਸ਼ਬਦ ਗੁਰੂ ਤੱਕ ਪਹੁੰਚਣਾ, ਤੇ ਸ਼ਬਦ ਗੁਰੂ ਉਹ ਜਿਹੜਾ ਆਦਿ ਤੋਂ ਸੱਚ ਹੈ, ਜਿਹੜਾ ਜੁਗਾਂ ਦੇ ਸਮੇਂ ਤੋਂ ਸੱਚ ਹੈ, ਜਿਹੜਾ ਹੁਣ ਵੀ ਸੱਚ ਹੈ, ਜਿਹਨੇ ਰਹਿਣਾ ਵੀ ਸੱਚ ਹੈ, ਜਿਹੜਾ ਜਲ ਥਲ ਦੇ ਵਿੱਚ ਸਮਾਇਆ ਹੋਇਆ ਉਹ ਸ਼ਬਦ ਗੁਰੂ ਜੋ ਸਰਬ ਵਿਆਪਕ ਹੈ। ਉਹਦੇ ਨਾਲ ਇੱਕ ਮਿੱਕਤਾ, ਮੁਕਤੀ ਦਾ ਅਹਿਸਾਸ, ਸਹਿਜ ਜੀਵਨ, ਆਤਮਿਕ ਅਡੋਲਤਾ ਦੀ ਜੀਵਨ। ਪਾਤਸ਼ਾਹ ਅੱਜ ਵੀ ਬੜੀਆਂ ਰਹਿਮਤਾਂ ਕਰਦੇ ਆ, ਤੇ ਇਸ ਵਰਸੀ ਤੋਂ ਬਾਅਦ ਮਾਤਾ ਦੇਸਾਂ ਦੇ ਹੁਕਮਾਂ ਸਦਕਾ ਔਰ ਪਿਆਰ ਵਾਲੀਆਂ ਸੰਗਤਾਂ ਜਿਹੜੀਆਂ ਦੇਸ਼ ਵਿਦੇਸ਼ ਬੈਠੀਆਂ ਬੜੇ ਸਮੇਂ ਤੋਂ ਉਡੀਕਦੀਆਂ ਸੀ ਕਿ ਕਿਸੇ ਹੋਰ ਨੂੰ ਸੇਵਾ ਸੌਂਪਣ ਦੀ ਬਜਾਏ ਕੱਲ੍ਹ ਨੂੰ ਧੋਖਾ ਖਾਓਗੇ, ਪਤਾ ਨਹੀਂ ਸੇਵਾ ਦੇ ਨਾਂ 'ਤੇ ਕੌਣ ਇਹਨੂੰ ਢਾਹ ਜਾਵੇ, ਕੌਣ ਇਹਨੂੰ ਤਬਾਹ ਕਰ ਦੇਵੇ। ਅੱਗੇ ਵੀ ਕਾਰ ਸੇਵਾ ਦੇ ਨਾਂ 'ਤੇ ਬੜਾ ਕੁਝ ਹੋਇਆ। ਤੁਸੀਂ ਆਪ ਅੱਗੇ ਲੱਗੋ, ਆਪ ਸਾਂਭ ਬੇਸ਼ੱਕ 300 ਸਾਲ ਤੋਂ ਰਹੇ ਸੀ, ਪਰ ਕਾਰ ਸੇਵਾ ਲਈ ਤੁਰਨ ਨੂੰ ਅੰਦਰੋਂ ਹਾਮੀ ਨਹੀਂ ਸੀ ਭਰਦਾ। ਮਾਤਾ ਆਗਿਆ ਨਹੀਂ ਸੀ ਦਿੰਦੇ। ਮਾਤਾ ਨੇ ਕਿਰਪਾ ਕੀਤੀ ਹੈ, ਆਗਿਆ ਦਿੱਤੀ ਹੈ ਸਿਰਫ ਉਹਨਾਂ ਗੁਰਸਿੱਖਾਂ ਕੋਲ ਜਾਣ ਦੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਦਸਵੰਧ ਕੱਢਦੇ ਨੇ, ਦਸਵੰਧ ਕੱਢ ਕੇ ਉਡੀਕਦੇ ਨੇ ਕਿ ਪਾਤਸ਼ਾਹ ਜਿੱਥੇ ਤੇਰੇ ਬਖਸ਼ੇ ਹੋਏ ਦਰ ਨੇ ਉੱਥੇ ਲਵਾ ਲੈ। ਉਹਨਾਂ ਨੂੰ ਆਪੇ ਸਤਿਗੁਰੂ ਸਾਡੀ ਦੱਸ ਪਾਉਣਗੇ, ਸਾਨੂੰ ਉਹਨਾਂ ਦੀ ਪਾਉਣਗੇ। ਇਹ ਜ਼ਿੰਮੇਵਾਰੀ ਸੱਚੀ ਸਰਕਾਰ ਸਾਹਿਬ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ ਹੈ, ਉਹਨਾਂ ਦੇ ਸਿੰਘਾਂ ਸ਼ਹੀਦਾਂ ਦੀ ਹੈ, ਮਾਈ ਦੇਸਾਂ ਦੀ ਹੈ। ਜਿਹੜਾ ਸਾਡੇ ਤੱਕ ਪਹੁੰਚ ਕਰੂਗਾ ਉਹ ਇੱਥੇ ਪਹੁੰਚ ਕੇ ਦਸਵੰਧ ਲਾ ਸਕਦਾ।
ਤੇ ਜਿਹਦੀ ਸਾਨੂੰ ਦੱਸ ਪਵੇਗੀ ਉਹਦੇ ਤੱਕ ਅਸੀਂ ਪਹੁੰਚ ਕਰਾਂਗੇ। ਜਿੱਥੇ ਵੀ ਜਾਵਾਂਗੇ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਬੰਦਗੀ ਸਿਮਰਨ ਉਹਦੇ ਘਰ ਜ਼ਰੂਰ ਕਰਾਂਗੇ। ਸਿਮਰਨ ਸਤਸੰਗ ਕਰਦਿਆਂ ਹੋਇਆਂ ਜੋ ਬਚਨ ਸਤਿਗੁਰੂ ਕਰਾਉਣਗੇ ਉਹ ਬਚਨ ਕਰਦਿਆਂ ਹੋਇਆਂ ਗੁਰਬਾਣੀ ਦਾ ਪਾਠ ਉਪਦੇਸ਼ ਕਰਦਿਆਂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਤੱਕ ਕੇ ਹਰ ਥਾਂ ਤੇ ਉਹਦੀ ਸਾਂਝ ਪਾਈ ਜਾਵੇਗੀ, ਜਿਹਦੇ ਨਾਲ ਪ੍ਰਚਾਰ ਪ੍ਰਸਾਰ ਵੀ ਹੋਵੇਗਾ ਤੇ ਨਾਲ ਨਾਲ ਇਸ ਦਰ ਦੀ ਸੇਵਾ ਵੀ ਹੋਵੇਗੀ। ਆਓ ਅੱਜ ਦੇ ਹੁਕਮਨਾਮੇ ਦੀ ਸਾਂਝ ਪਾਈਏ। ਧਨਾਸਰੀ ਮਹੱਲਾ ਪੰਜਵਾ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਅੱਜ ਦਾ ਹੁਕਮਨਾਮਾ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਸਤਿਗੁਰੂ ਫਰਮਾਨ ਕਰਦੇ ਨੇ ਪੰਜਵੇਂ ਸਤਿਗੁਰੂ ਨਾਨਕ ਕਿ ਜਦੋਂ ਸੱਚ ਦਾ ਮਿਲਾਪ ਹੋ ਜਾਂਦਾ, ਸੱਚ ਦੀ ਦੱਸ ਪੈ ਜਾਂਦੀ ਹੈ, ਸੱਚ ਵੱਲ ਨੂੰ ਤੁਰ ਪਈਦਾ, ਉਹਦੀ ਦੱਸ ਪੈਣ ਨਾਲ ਹੀ ਸਾਡੇ ਰੌਂ ਬਦਲਣੇ ਸ਼ੁਰੂ ਹੋ ਜਾਂਦੇ ਆ, ਸਾਡੇ ਸਰੀਰ ਦੇ ਤੌਰ ਬਦਲਣੇ ਸ਼ੁਰੂ ਹੋ ਜਾਂਦੇ ਆ, ਸਾਡੇ ਮਨ 'ਚ ਬਦਲਾਅ ਆ ਜਾਂਦੇ ਆ, ਸਾਡੇ ਤਨ 'ਚ ਬਦਲਾਅ ਆ ਜਾਂਦੇ ਆ। ਸਾਡਾ ਅੰਤਰ ਆਤਮਾ ਉਹਨਾਂ ਬ੍ਰਹਿਮੰਡੀ ਸ਼ਕਤੀਆਂ ਨਾਲ ਇੱਕਮਿਕ ਹੋਣਾ ਸ਼ੁਰੂ ਹੋ ਜਾਂਦਾ, ਜਿਹੜੀਆਂ ਸੱਚ ਦਾ ਸਰੂਪ ਨੇ, ਜਿਹੜੀਆਂ ਇੱਕ ਓਅੰਕਾਰ ਸਤਨਾਮ ਦਾ ਸਰੂਪ ਨੇ। ਜਿਵੇਂ ਜਿਵੇਂ ਉਹਨਾਂ ਦੀ ਦੱਸ ਪੈਂਦੀ ਆ, ਉਹਨਾਂ ਵੱਲ ਜਾਈਦਾ। ਜੁੜੇ ਹੋਏ ਸਾਧੂਆਂ ਦੀ ਦੱਸ ਪੈਂਦੀ ਹੈ, ਜੁੜਿਆ ਹੋਇਆਂ ਦੀਆਂ ਜੀਵਨੀਆਂ ਪੜ੍ਹਨ ਦਾ ਮੌਕਾ ਮਿਲਦਾ ਹੈ, ਜੁੜਿਆ ਹੋਇਆਂ ਦੀਆਂ ਯਾਦਗਾਰਾਂ 'ਤੇ ਜਾਣ ਦਾ ਮੌਕਾ ਮਿਲਦਾ ਹੈ। ਜਿਵੇਂ ਜਿਵੇਂ ਇੱਧਰ ਨੂੰ ਜਾਈਦਾ, ਇੱਕ ਖਾਸ ਤਰ੍ਹਾਂ ਦੀ ਤ੍ਰਿਪਤੀ, ਆਪਣੇ ਆਪ ਦੇ ਵਿੱਚ ਇੱਕ ਵਚਨਬੱਧਤਾ ਕਿ ਕੁਝ ਨਹੀਂ ਚਾਹੀਦਾ ਹੋਰ ਦੁਨੀਆ ਦੇ ਵਿੱਚ, ਜੋ ਚਾਹੀਦਾ ਸੀ ਮਿਲਣਾ ਸ਼ੁਰੂ ਹੋ ਗਿਆ। ਅੰਦਰੋਂ ਸਕੂਨ, ਸਹਿਜ ਦੀ ਅਵਸਥਾ, ਆਤਮਿਕ ਅਡੋਲਤਾ ਦੀ ਅਵਸਥਾ ਆਪਣੇ ਵੱਲ ਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ। ਤ੍ਰਿਪਤ ਭਈ, ਤ੍ਰਿਪਤੀ ਬਹੁਤ ਜ਼ਿਆਦਾ, ਨਾ ਭੁੱਖ ਨਾ ਪਿਆਸ, ਰਜੋ ਤਮੋ ਸਤੋ ਤਿੰਨੇ ਗੁਣ ਸਮ, ਬਾਤ ਕਫ ਪਿੱਤ ਇੱਕੋ ਜੇ। ਇੱਕ ਹੋਰ ਹੀ ਤਰ੍ਹਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਜਾਂਦਾ ਜਦੋਂ ਸਤਿਗੁਰੂ ਦੀ ਨਜ਼ਰ ਪੈਂਦੀ ਹੈ, ਸਾਧੂਆਂ ਦਾ ਸੰਗ ਹੁੰਦਾ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਤੇ ਉਹ ਸੱਚ ਦਾ ਭੋਜਨ, ਉਹ ਸੱਚ ਦੀ ਊਰਜਾ ਸਾਡਾ ਕਣ ਕਣ ਖਾਂਦਾ, ਸਾਡਾ ਇੱਕ ਇੱਕ ਸੈੱਲ ਸਰਸਾਰ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ। ਕਿਵੇਂ? ਮਨ ਤਨ ਰਸਨਾ ਨਾਮ ਧਿਆਇਆ। ਸਾਡੇ ਮਨ ਨੇ, ਸਾਡੇ ਤਨ ਨੇ, ਸਾਡੀ ਰਸਨਾ ਨੇ ਉਸ ਇੱਕ ਓਂਕਾਰ ਨੂੰ, ਨਾਮ ਨੂੰ, ਸੱਚੇ ਨਾਮ ਨੂੰ, ਜਿਹੜਾ ਇੱਕ ਓਂਕਾਰ ਸਤਨਾਮ ਹੈ, ਜਿਹੜਾ ਸਰਬ ਵਿਆਪਕ ਆ, ਜਿਹਦੀ ਧੁਨਕਾਰ ਪੂਰੇ ਸੰਸਾਰ 'ਚ ਪੈ ਰਹੀ ਆ, ਉਹਦੇ ਨਾਦ ਨੂੰ ਜਿਵੇਂ ਜਿਵੇਂ ਸੁਣਿਆ, ਜਿਵੇਂ ਜਿਵੇਂ ਉਹਦੇ ਨੇੜ ਪਹੁੰਚੇ, ਤਾਂ ਮਹਾਰਾਜ ਕਹਿੰਦੇ ਉਹਨੂੰ ਧਿਆਉਣਾ ਸ਼ੁਰੂ ਕੀਤਾ, ਤ੍ਰਿਪਤੀ ਆਉਣੀ ਸ਼ੁਰੂ ਹੋ ਗਈ। ਹਰ ਪਾਸੇ ਤ੍ਰਿਪਤੀ। ਮਨ ਨੇ ਆਪਣੇ ਢੰਗ ਨਾਲ, ਤਨ ਨੇ ਆਪਣੇ ਢੰਗ ਨਾਲ, ਰਸਨਾ ਨੇ ਆਪਣੇ ਢੰਗ ਨਾਲ ਉਹ ਨਾਮ ਧਿਆਇਆ। ਤਨ ਟਿਕਣਾ ਸ਼ੁਰੂ ਹੋ ਜਾਂਦਾ, ਤਨ ਟਿਕਦੀਆਂ ਹੀ ਮਨ ਟਿਕਣਾ ਸ਼ੁਰੂ ਹੋ ਜਾਂਦਾ। ਇਦੋਂ ਉਲਟ ਵੀ ਸੱਚ ਹੈ, ਜੇ ਮਨ ਟਿਕ ਜੇ ਤਨ ਟਿਕਣਾ ਸ਼ੁਰੂ ਹੋ ਜਾਂਦਾ। ਇਹ ਮਨ ਤੇ ਤਨ ਇਕੱਠੇ ਹੀ ਹੈ, ਇੱਕੋ ਸਿੱਕੇ ਦੇ ਦੋ ਪਾਸੇ ਆ। ਇਹੀ ਕਾਰਨ ਹੈ ਕਿ ਕੁਝ ਲੋਕਾਂ ਨੇ ਜਾਂ ਜੋਗੀਆਂ ਨੇ ਹੱਠ ਯੋਗ ਤੇ ਜ਼ੋਰ ਦਿੱਤਾ ਕਿ ਹੱਠ ਦੇ ਨਾਲ ਤਨ ਨੂੰ ਟਿਕਾਓ, ਇੱਕ ਤਾਂ ਕਿਸੇ ਇੱਕ ਆਸਣ ਦੇ ਵਿੱਚ ਬੈਠੇ ਹੀ ਰਹਿਣਾ, ਬੈਠੇ ਹੀ ਰਹਿਣਾ। ਇਹ ਅੱਜ ਵੀ ਸੱਚ ਹੈ ਕਿ ਜੇ ਕੋਈ 2.5 ਘੰਟਿਆਂ ਤੋਂ ਵੱਧ ਕਿਸੇ ਇੱਕ ਆਸਣ 'ਚ ਬੈਠਾ ਰਹੇ ਤਾਂ ਉਹ ਆਸਣ ਹੀ ਸਿੱਧ ਹੋ ਜਾਂਦਾ, ਉਹ ਆਸਣ ਹੀ ਸਭ ਕੁਝ ਦੇਣਾ ਸ਼ੁਰੂ ਕਰ ਦਿੰਦਾ। ਜਿਹੜਾ ਰਾਜ ਯੋਗ ਆ ਉਹ ਕਹਿੰਦਾ ਵੀ ਨਹੀਂ, ਮਨ ਨੂੰ ਜੋੜੋ ਉਹਦੇ ਨਾਲ। ਜਿਵੇਂ ਜਿਵੇਂ ਮਨ ਟਿਕਦਾ ਜਾਂਦਾ, ਸਾਰੀਆਂ ਗੱਲਾਂ ਸਿੱਧ ਹੁੰਦੀਆਂ ਜਾਂਦੀਆਂ। ਤੇ ਇਹਦੇ ਨਾਲ ਚਲਦਿਆਂ ਚਲਦਿਆਂ ਹੁੰਦਾ ਕੀ ਆ? ਜੀਵਨਾ, ਹਰ ਜੀਵਨਾ, ਆਹ ਜੀਵਨ ਦੀ ਰੌਂ ਦੇ ਵਿੱਚ ਉਹ ਹਰ ਚ ਰਮਕਣਾ ਸ਼ੁਰੂ ਹੋ ਜਾਂਦਾ।
ਹਰੀ ਤੇ ਜੀਵਨ ਇੱਕੋ ਰੂਪ ਹੋ ਜਾਂਦੇ ਆ। ਉਹ ਹਰ ਦੀ ਹਸਤੀ ਜੋ ਹਰੀ ਸਰਬ ਵਿਆਪਕ ਆ, ਜੋ ਕਣ ਕਣ ਦੇ ਵਿੱਚ ਹੈ, ਤੇ ਆ ਜੀਵਨ ਜਿਹੜਾ ਸਾਡੇ ਕੋਲ ਆ, ਇੱਕਮਿਕਤਾ ਦਾ ਅਹਿਸਾਸ, ਚੜ੍ਹਦੀ ਕਲਾ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਓ। ਇਹੀ ਜੀਵਨ ਪ੍ਰਫੁੱਲਤ ਹੁੰਦਾ ਹਰੀ ਦੇ ਜਪ ਨਾਲ ਤੇ ਸਾਧੂ ਦੇ ਸੰਗ ਨਾਲ, ਸਾਧ ਦੇ ਸੰਗ ਨਾਲ। ਜਿਹਨੇ ਸਾਧ ਲਿਆ, ਜਿਹਨੇ ਪ੍ਰਗਟ ਕਰ ਲਿਆ ਸਭ ਕੁਝ, ਉਹਦੇ ਪ੍ਰਗਟਾਵੇ ਦੇ ਨਾਲ ਮਿਲ ਕੇ ਸਾਡਾ ਵੀ ਭਲਾ ਹੋਣਾ ਸ਼ੁਰੂ ਹੋ ਜਾਂਦਾ। ਰਹਾਓ। ਅਣਕ ਪ੍ਰਕਾਰੀ ਵਸਤਰ ਉਡਾਏ। ਇਹ ਜਦੋਂ ਅੰਦਰ ਉਤਰਦੇ ਆ ਨਾ, ਪਤਾ ਲੱਗਦਾ ਕਿ ਅਸੀਂ ਤਾਂ ਹੀ ਮੰਨਦੇ ਸੀ ਖੋਣੀ ਮੈਂ ਇਕੱਲਾ ਸਰੀਰ ਹੀ ਆ। ਆਈ ਹੁੰਦਾ ਸ਼ੁਰੂ 'ਚ। ਜਿਹੜੇ ਲੋਕ ਅੱਜ ਵੀ ਸਾਧਨਾ ਨਹੀਂ ਕਰਦੇ, ਜਿਨ੍ਹਾਂ ਦਾ ਇੱਧਰ ਵਾਹ ਨਹੀਂ ਪਿਆ, ਉਹਨਾਂ ਨੂੰ ਤਾਂ ਇਹੀ ਹੈ ਵੀ ਮੈਂ ਸਰੀਰ ਹਾਂ। ਇਹ ਤਾਂ ਕਾਫੀ ਕਿਰਪਾ ਹੋਈ ਤੋਂ ਬਾਅਦ ਪਤਾ ਲੱਗਦਾ ਵੀ ਮੈਂ ਸਰੀਰ ਨਹੀਂ ਆ। ਸਰੀਰ ਇੱਕ ਅਲੱਗ ਹਸਤੀ ਹੈ, ਇਹਨੇ ਇੱਥੇ ਹੀ ਰਹਿ ਜਾਣਾ। ਮੈਂ ਅਲੱਗ ਆ, ਜੀਵ ਆਤਮਾ। ਮਹਾਰਾਜ ਕਹਿੰਦੇ ਇਹਦੇ ਤੇ ਨਿਰੇ ਹੀ ਵਸਤਰ ਆ। ਇੱਕ ਦੋ ਤਾਂ ਸ਼ੁਰੂ 'ਚ ਹੀ ਜ਼ਾਹਰ ਹੋਣੇ ਸ਼ੁਰੂ ਹੋ ਜਾਂਦੇ ਕਿ ਵਸਤਰ ਆ, ਸਰੀਰ ਰੂਪੀ ਵਸਤਰ ਅਲੱਗ ਹੈ, ਮੈਂ ਸੂਖਮ ਆ ਜਿਹੜਾ ਅਲੱਗ ਹੈ। ਸੂਖਮ ਦੇ ਫੇਰ ਗਾਹਾਂ 7 ਸਰੀਰ ਹੋਰ ਆ। ਕੱਲੇ ਕੱਲੇ ਚੱਕਰ ਦਾ ਇੱਕ ਸਰੀਰ ਆ। ਜੇ ਹੋਰ ਅੱਗੇ ਉਤਰ ਜੀਏ ਤਾਂ ਕੱਲੇ ਕੱਲੇ ਸੈੱਲ ਦਾ ਇੱਕ ਸਰੀਰ ਆ। ਤੇ ਜੇ ਹੋਰ ਅੱਗੇ ਜਾਗੇ ਤਾਂ ਕੱਲੇ ਕੱਲੇ ਸਪਰਮ 'ਚ ਇੱਕ ਸਰੀਰ ਬੈਠਾ, ਤੇ ਕਰੋੜਾਂ ਹੀ ਸਪਰਮਾਂ ਸਾਡੇ ਸਰੀਰ 'ਚ। ਪਤਾ ਨਹੀਂ ਕੀ ਕੁਛ ਅੱਗੇ ਦੀ ਅੱਗੇ, ਅੱਗੇ ਦੀ ਅੱਗੇ, ਅੱਗੇ ਦੀ ਅੱਗੇ, ਜਿੰਨਾ ਮਰਜ਼ੀ ਵੱਧ ਜਾਓ। ਅਣਕ ਪ੍ਰਕਾਰੀ ਵਸਤਰ ਉਡਾਏ। ਅਨੇਕਾਂ ਪ੍ਰਕਾਰ ਦੇ ਵਸਤਰ ਇਹਦੇ ਤੇ ਪਏ ਹੋਏ ਆ, ਅਨੇਕਾਂ ਹੀ ਸਰੀਰ ਆ ਇਹਦੇ। ਅਣਦਿਣ ਕੀਰਤਨ ਹਰ ਗੁਣ ਗਾਏ। ਪਰ ਕਰਨਾ ਕੀ ਆ? ਅਣਦਿਣ ਦਿਨ ਰਾਤ ਕੀਰਤੀ ਕਰਨੀ ਆ ਉਹਦੀ। ਕੀਰਤੀ ਕੀ ਆ? ਪੋਜ਼ਿਟਿਵ ਵੇਵ 'ਚ ਉੱਧਰ ਭੇਜਣੀ ਆ। ਤੂੰ ਧੰਨ ਹੈ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਮੇਰਾ ਸਾਹਿਬ ਹੈ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਭਉ ਕੇਹਾ ਕਾੜਾ ਜੀਓ। ਹੇ ਮੇਰੇ ਪ੍ਰਮਾਤਮਾ, ਹੇ ਮੇਰੇ ਵਾਹਿਗੁਰੂ, ਹੇ ਮੇਰੇ ਅੱਲਾ, ਹੇ ਮੇਰੇ ਰਾਮ, ਹੇ ਮੇਰੇ ਕ੍ਰਿਸ਼ਨਾ, ਹੇ ਮੇਰੇ ਸਾਈਂ। ਜੋ ਮਰਜ਼ੀ ਕਹਿ ਕੇ ਉਧਰ ਵੇਵ 'ਚ ਭੇਜੀ ਜਾਓ। ਬ੍ਰਹਮੰਡੀ ਸ਼ਕਤੀਆਂ ਜਿਹੜੇ ਤੁਸੀਂ ਫਰੀਕੁਐਂਸੀ 'ਤੇ ਜਿਉਂ ਰਹੇ ਹੋ, ਕਿਹੜੀ ਫਰੀਕੁਐਂਸੀ 'ਤੇ ਜਿਉਂਦੇ ਹੋ, ਉਹਦੇ ਨਾਲ ਉਹਨੂੰ ਪਕੜਨਾ ਸ਼ੁਰੂ ਕਰ ਦਿੰਦੀਆਂ। ਅਣਦਿਣ ਕੀਰਤਨ ਹਰ ਗੁਣ ਗਾਏ। ਦਿਨ ਰਾਤ ਉਹਦੀ ਕੀਰਤੀ ਕਰਨੀ, ਹਰੀ ਦੇ ਗੁਣ ਗਾਉਣੇ। ਗੁਣਾਂ ਲਈ ਤਾਂ ਜਿੰਨਾ ਮਰਜ਼ੀ ਬੋਲੀ ਜਾਓ। ਹਜ਼ਾਰਾਂ ਸ਼ਬਦ ਪੈਦਾ ਕਰ ਸਕਦੇ ਹੋ ਤੁਸੀਂ ਆਪਣੇ ਕੋਲੋਂ ਵੀ, ਜਿੰਨੇ ਕਿਸੇ ਦੀ ਸਲਾਹਤਾ 'ਚ ਕਰ ਸਕਦੇ ਹੋ ਉਨੇ ਹੀ। ਦਿਆਲੂ, ਕਿਰਪਾਲੂ, ਸੋਹਣਾ, ਮਨਮੋਹਣਾ, ਸੁੰਦਰ, ਬਣਵਾਰੀ, ਮੁਰਾਰੀ, ਕੀ ਨਹੀਂ ਕਹਿ ਸਕਦੇ। ਪਰ ਵੇਵਜ਼ ਪੋਜ਼ਿਟਿਵ ਹੋਣ, ਅੰਦਰੋਂ ਭਾਵ ਪੋਜ਼ਿਟਿਵ ਹੋਣ, ਉਹਨੂੰ ਕਹਿੰਦੇ ਆ ਕੀਰਤੀ। ਕੀਰਤਨ ਕਰਨਾ। ਅਣਦਿਣ ਕੀਰਤਨ ਹਰ ਗੁਣ ਗਾਏ। ਕਹਿਣਾ ਨਹੀਂ, ਗਾਉਣੇ ਆ ਗੁਣ। ਕਦੇ ਦੇਖਿਆ, ਕਦੇ ਗੀਤਾਂ ਦੀ ਕਿਤਾਬ ਲੈ ਲਿਓ, ਜਿਹੜੀਆਂ ਮਿਲਦੀਆਂ, ਉਹਨਾਂ ਨੂੰ ਪੜ੍ਹ ਕੇ ਦੇਖਿਓ। ਹੈਰਾਨੀ ਹੁੰਦੀ ਆ ਵੀ ਇਹ ਤਾਂ ਉਹੀ ਆ ਯਾਰ, ਐਂ ਜੀ ਕਿਵੇਂ ਗੱਲਾਂ ਜੀਆਂ ਲਿਖੀਆਂ ਪਈਆਂ ਤੇ ਉਹਦਾ ਕੋਈ ਹਿਸਾਬ ਹੀ ਨਹੀਂ ਉਹਦਾ ਆਪਾਂ ਨੂੰ ਦਾ। ਪਰ ਉਹਨਾਂ ਹੀ ਲੈਣਾ ਨੂੰ ਜਿਹਦੇ ਤੇ ਬਖਸ਼ਿਸ਼ ਹੈ ਸੰਗੀਤ ਦੀ ਦੇਵੀ ਦੀ, ਤੇ ਜਦੋਂ ਉਹ ਮੁਰਕੀਆਂ ਲਾਲਾ ਗਲੇ 'ਚੋਂ ਕੱਢਦਾ ਉਹੀ ਆਵਾਜ਼ਾਂ, ਕਿਆ ਬਾਤਾਂ ਬਣ ਜਾਂਦੀਆਂ। ਇਹ ਕਰਕੇ ਹੀ ਗੁਰੂਆਂ ਨੇ ਸਾਨੂੰ ਗਾਉਣ ਦਾ ਹੁਕਮ ਦਿੱਤਾ। ਜਿੰਨਾ ਕੁ ਆਉਂਦਾ ਉਨਾ ਕੁ ਗਾਓ। ਲੋਕਾਂ 'ਚ ਨਹੀਂ ਗਾ ਸਕਦੇ, ਇਕੱਲੇ ਗਾਓ। ਨਹੀਂ ਗਾ ਸਕਦੇ, ਗੁਣ ਗਣਾਓ। ਫਿਰ ਤੁਹਾਡੀ ਉਹ ਲੈ ਨਾ ਲੈ ਵੱਜਣੀ ਆ। ਕਿਉਂਕਿ ਸੰਗੀਤ ਦੇ ਬਹੁਤ 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 ਜ਼ਿਆਦਾ ਨੇੜੇ ਆ ਉਹ ਆਤਮਿਕ ਅਡੋਲਤਾ ਦੀ ਅਵਸਥਾ। ਪਤਾ ਹੀ ਨਹੀਂ ਬੰਦਾ ਗਾਉਂਦਾ 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 ਕਦੋਂ ਉਹ ਵਜਦ 'ਚ ਚਲਿਆ ਜਾਂਦਾ। ਜਿਹੜੀ ਉਹ ਸਟੇਟ ਆ ਨਾ ਕਰਤੇ ਦੀ, ਪਤਾ ਹੀ ਨਹੀਂ ਗਵਈਆ ਤਾਂ ਕਦੋਂ ਦਾਖਲ ਹੋ ਜਾਂਦਾ ਉਹਦੇ 'ਚ।
ਕਦੋਂ ਚਿੱਤਰਕਾਰ ਦਾਖਲ ਹੋ ਜਾਂਦਾ, ਕਦੋਂ ਇੱਕ ਨੱਚਣ ਵਾਲਾ ਉਹਦੇ 'ਚ ਚਲਿਆ ਜਾਂਦਾ, ਕੋਈ ਪਤਾ ਨਹੀਂ। ਉਹਦੀ ਸਟੇਟ ਇੱਕ ਹੋਰ ਤਰ੍ਹਾਂ ਦੀ ਆ ਅਤੇ ਸਾਨੂੰ ਗਾਉਣ ਦੇ ਹੁਕਮ ਹੈ। ਇਹ ਤਾਂ ਧਰਮ ਹੀ ਗੁਰੂ ਨਾਨਕ ਦਾ, ਗੀਤਾਂ ਦਾ ਧਰਮ ਹੈ, ਗਵਈਆਂ ਦਾ ਧਰਮ ਹੈ, ਜਿਹਦੇ ਮੋਢੇ 'ਤੇ ਰਬਾਬ ਰਹੀ ਸਾਰੀ ਜ਼ਿੰਦਗੀ, ਉਹਦਾ ਧਰਮ ਹੈ। ਜਦੋਂ ਮੋਢੇ 'ਤੇ ਰਬਾਬ ਰੱਖਣ ਵਾਲੇ ਬਾਬੇ ਦੇ ਸੇਵਕ ਤਿਉੜੀਆਂ ਹੀ ਨਹੀਂ ਕੱਢਦੇ ਨਾ, ਉਦੋਂ ਸਮਝ ਨਹੀਂ ਆਉਂਦੀ ਕਿ ਕੀ ਕਾਰਨ ਹੈ। ਬਾਬੇ ਦੀ ਬਾਣੀ ਪੜ੍ਹੀ ਨਹੀਂ ਲੱਗਦੀ, ਫਿਰ ਸੋਚ ਵੀ ਨਹੀਂ ਸਕਦਾ ਕੋਈ ਕਿ ਐਂ ਬਣਿਆ ਠਣਿਆ ਪੂਰਨ ਗੁਰਸਿੱਖ ਕੋਈ ਐਂ ਹੱਸਦਾ ਖੇਡਦਾ ਵੀ ਹੋਣਾ, ਗਾਉਂਦਾ ਵੀ ਹੋਣਾ, ਰੰਗਾਂ 'ਚ ਵੀ ਹੋਣਾ, ਮਸਤੀ 'ਚ ਵੀ ਹੋਣਾ। ਕੀ ਭਾਰੂਗਾ? ਕੱਲਾ ਬੀਰ ਰਸ, ਜਿਹਦੀ ਆਮ ਲੋੜ ਨਹੀਂ ਹੁੰਦੀ। ਜ਼ਿਆਦਾਤਰ ਜਿੰਨੇ ਹੋਰ ਰਸ ਹੈ ਉਹਨਾਂ ਦੀ ਲੋੜ ਹੁੰਦੀ ਹੈ ਜੀਵਨ 'ਚ। ਇਹ ਸਮਝਾਂ ਸਤਿਗੁਰੂ ਬਖਸ਼ਿਸ਼ ਕਰਨ, ਬਹੁਤ ਕਿਰਪਾ ਹੋ ਜੇ। ਮਹਾਰਾਜ ਜੀ ਕਹਿੰਦੇ ਅਣਦਨ ਕੀਰਤਨ ਹਰ ਗੁਣ ਗਾਏ, ਗਾਉਣੇ ਆ। ਹਸਤੀ ਰਥ ਅਸ ਅਸਵਾਰੀ, ਹਾਥੀ ਅਸ ਘੋੜੇ। ਕਹਿੰਦੇ ਮਾਨੋ ਹਾਥੀਆਂ ਤੇ ਘੋੜਿਆਂ ਦੀ ਅਸਵਾਰੀ ਹੈ। ਹਰ ਕਾ ਮਾਰਗ ਹਿਰਦੈ ਨਿਹਾਰੀ। ਹਾਥੀ ਦੀ ਅਸਵਾਰੀ ਉਹਨਾਂ ਟਾਈਮਾਂ ਦਾ ਟੌਪ ਦੀ ਸਵਾਰੀ ਆ, ਘੋੜੇ ਦੀ ਸਵਾਰੀ ਟੌਪ ਦੀ ਸਵਾਰੀ ਆ। ਜਿਹੜੇ ਕਿਤੇ ਘੋੜੇ ਦੀ ਸਵਾਰੀ ਕਰਦੇ ਆ ਨਾ, ਜਾਂ ਜਿਨ੍ਹਾਂ ਨੇ ਕੀਤੀ ਆ, ਕਦੇ ਉਹਨਾਂ ਨਾਲ ਗੱਲ ਕਰਿਓ ਵੀ ਕਿਵੇਂ ਜੇ ਲੱਗਦਾ ਹੁੰਦਾ। ਹੋ ਸਕਦਾ ਉਹ ਬੋਲ ਕੇ ਨਾ ਦੱਸ ਸਕਣ, ਉਹ ਕਹਿਣਗੇ ਵਾਹ ਕਿਆ ਬਾਤ ਹੈ। ਇੱਕ ਇਹੋ ਜਿਹਾ ਆਨੰਦ ਦਾ ਹਲਾਰ ਆਉਂਦਾ ਜਦੋਂ ਬੰਦਾ ਘੋੜੇ 'ਤੇ ਬਹਿੰਦਾ ਅਤੇ ਘੋੜਾ ਜਦੋਂ ਹਵਾ ਨਾਲ ਗੱਲਾਂ ਕਰਦਾ, ਉਦੋਂ ਜਿਹੜਾ ਇੱਕ ਰੌਂ ਹੁੰਦਾ ਉਹ ਸਿੰਘ 'ਚ, ਉਹ ਆਦਮੀ 'ਚ, ਉਹ ਦੱਸਿਆ ਨਹੀਂ ਜਾ ਸਕਦਾ, ਉਹ ਮਾਣਿਆ ਹੀ ਜਾ ਸਕਦਾ ਖੁਦ। ਇਵੇਂ ਜਿਵੇਂ ਇੱਕ ਸ਼ਾਹੀ ਸਵਾਰੀ ਹੈ ਹਾਥੀ ਦੀ, ਹਰ ਚੀਜ਼ ਦਾ ਇੱਕ ਆਪਣਾ ਇੱਕ ਰੌਂ ਹੈ। ਅਤੇ ਮਹਾਰਾਜ ਕਹਿੰਦੇ ਉਹ ਰੌਂ ਜਦੋਂ ਭਾਰੂ ਹੁੰਦਾ ਸਾਡੇ 'ਤੇ, ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ। ਕਹਿੰਦੇ ਹਰੀ ਦੇ ਮਾਰਗ 'ਤੇ ਚੱਲਦਿਆਂ ਵੀ ਹਿਰਦੇ ਦੇ ਵਿੱਚ ਉਵੇਂ ਨਿਹਾਰ, ਉਹ ਉਦੋਂ ਵੱਡੇ ਹੁਲਾਰ, ਉਦੋਂ ਵੱਡੀਆਂ ਖੁਸ਼ੀਆਂ, ਖੇੜੇ। ਜਿਵੇਂ ਅੱਜ ਅਸੀਂ ਦੇਣੇ ਆ ਨਾ, ਕੋਈ ਚਲੋ ਹੁਣ ਘੋੜੇ ਹੈਗੇ ਆ, ਹੁਣ ਵੀ ਕਰੋੜਾਂ ਦੇ ਆ, ਉਹਨਾਂ ਦੀ ਤਾਂ ਕੋਈ ਰੀਸ ਹੀ ਨਹੀਂ ਕਰ ਸਕਦਾ। ਪਰ ਫਿਰ ਵੀ ਜਿਹੜੇ ਲੋਕ ਸਾਨੂੰ ਆਮ ਟੱਕਰਦੇ ਆ, ਆਪ ਇੱਕ ਫੋਰਚੂਨਰ ਗੱਡੀ 'ਤੇ ਕੋਈ ਆਉਂਦਾ, ਉਹਦਾ ਆ ਕੇ ਗੱਡੀ ਰੋਕਣਾ, ਉਹਦੇ 'ਚੋਂ ਉਤਰਨਾ, ਉਤਰ ਕੇ ਖੜ੍ਹਨਾ, ਉਂਗਲ 'ਚ ਚਾਬੀ ਘੁਮਾਉਣਾ, ਇੱਕ ਉਹਦੇ 'ਚ ਬੇਵਜ੍ਹਾ ਇੱਕ ਰੌਂ ਆ। ਅਤੇ ਮਹਾਰਾਜ ਕਹਿੰਦੇ ਜਿਹੜਾ ਹਰੀ ਦਾ ਮਾਰਗ ਆ ਨਾ, ਉਹੋ ਜਿਹੀਆਂ ਹਜ਼ਾਰਾਂ ਹੀ ਰੌਆਂ, ਹਜ਼ਾਰਾਂ ਹੀ। ਚੜ੍ਹਦੀ ਕਲਾ ਦੇ ਉਪਦੇਸ਼, ਚੜ੍ਹਦੀ ਕਲਾ ਦਾ ਮੌਸਮ। ਤਾਂ ਹੀ ਸਤਿਗੁਰੂ ਕਹਿੰਦੇ ਕਿ ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਏ, ਪਰਵਾਹ ਨਾਹੀ ਕਿਸੈ ਕੇਰੀ, ਬਾਝ ਸੱਚੇ ਨਾਏ। ਸੱਚੇ ਨਾਮ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਹੁੰਦੀ ਉਹਨਾਂ ਨੂੰ, ਜਿਹੜੇ ਅੰਦਰੋਂ ਇੱਕ ਮਿੱਕ ਹੋ ਜਾਂਦੇ ਆ। ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ। ਆਪਣੇ ਹਿਰਦੇ ਦੇ ਵਿੱਚ ਨਿਹਾਰਨਾ, ਸਾਕਸ਼ੀ ਹੋਏ ਬਿਨਾਂ ਨਿਹਾਰਿਆ ਨਹੀਂ ਜਾਂਦਾ। ਇਹ ਗੱਲਾਂ ਸਮਝ ਉਹਦੀ ਆਉਂਦੀਆਂ ਜਦੋਂ ਖੁਦ ਸਾਧਨਾ ਕਰਦਿਆਂ ਬੰਦਾ ਸਾਕਸ਼ੀ ਹੋ ਜਾਂਦਾ, ਫਿਰ ਹੀ ਉਹਨੂੰ ਇੱਕ ਮਿਕਤਾ ਦਾ, ਦੂਰੀ ਦਾ, ਇਹਨਾਂ ਚੀਜ਼ਾਂ ਦਾ ਸੰਬੰਧ ਪਤਾ ਲੱਗਦਾ। ਬੇਹੂਸੀ ਤਾਂ ਪਤਾ ਹੀ ਨਹੀਂ ਲੱਗਦਾ ਕਾਹੇ ਦਾ। ਇਹੀ ਕਾਰਨ ਹੈ ਕਿ ਬੰਦੇ ਨੂੰ ਤਾਂ ਪਹਿਲਾਂ ਜਿਹੜੇ ਸੰਸਾਰੀ ਮੱਧ ਹੈ, ਦੌਲਤਾਂ ਦੇ, ਸ਼ੋਹਰਤਾਂ ਦੇ, ਫਾਲਤੂ ਦੀ ਆਕੜ ਦੇ, ਫਾਲਤੂ ਦੀ ਹਉਮੈ ਦੇ, ਮੈਂ ਪਤਾ ਨਹੀਂ ਕੀ ਹਾਂ, ਉਹੀ ਨਹੀਂ ਸਾਹ ਲੈਣ ਦਿੰਦੇ। ਅਤੇ ਉੱਤੋਂ ਦੀ ਜਿਹੜੇ ਝੂਠੇ ਮੱਧ ਹੋਰ ਪੀ ਲੈਂਦਾ, ਜਿਹੜੇ ਮੱਤ ਬੁੱਧ ਮਾਰ ਦਿੰਦੇ, ਫਿਰ ਤਾਂ ਪਤਾ ਹੀ ਕੀ ਲੱਗਣਾ ਸੀ।
ਤਾਂ ਸਤਿਗੁਰੂ ਕਹਿੰਦੇ ਸਾਖਸ਼ੀ ਹੋ ਕੇ ਨਿਹਾਰ, ਹਰ ਕਾ ਮਾਰਗ ਹਿਰਦੈ ਨਿਹਾਰੀ। ਨਿਹਾਰ ਨਿਹਾਰ ਕੇ ਚੱਲਣਾ, ਕਦਮ ਕਦਮ ਹੋਸ਼, ਕਦਮ ਕਦਮ ਹੋਸ਼ ਨਾਲ ਧਰਨਾ, ਹੋਸ਼ ਨਾਲ ਵੇਖਣਾ, ਹੋਸ਼ ਨਾਲ ਚੱਲਣਾ। ਕੁਦਰਤ ਦੀ ਉਹ ਤਰੰਗ ਜਿਹੜੀ ਬੜੀ ਬਰੀਕ ਆ, ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਨਾਲ ਇੱਕਮਿਕਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਅੱਗੇ ਕੀ ਕਹਿੰਦੇ ਆ, ਮਨ ਤਨ ਅੰਤਰ ਚਰਨ ਧਿਆਇਆ। ਮਨ ਤੇ ਤਨ ਇੱਕੋ ਹੀ ਸਿੱਕੇ ਦੇ ਦੋ ਪਾਸੇ ਆ, ਦੋਨਾਂ ਦੇ ਅੰਦਰ ਕੀ ਹੁੰਦਾ ਮਹਾਰਾਜ ਕਹਿੰਦੇ, ਅੰਦਰ ਅੰਤਰ ਚਰਨ ਧਿਆਇਆ। ਉਹਦੇ ਚਰਨ ਨੂੰ ਧਿਆਉਣਾ। ਉਹਦੇ ਚਰਨ ਨੂੰ ਧਿਆਵਾਂਗੇ ਕਿਵੇਂ ਵੀ? ਉਹ ਪਰਮ ਪਿਤਾ ਪਰਮਾਤਮਾ ਦਾ ਚਰਨ ਹੈ ਕਿਹੜਾ ਜਿਹਨੂੰ ਧਿਆਉਣਾ? ਮਹਾਰਾਜ ਕਹਿੰਦੇ ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਜਿਵੇਂ ਜਿਵੇਂ ਉਹਦੇ ਚਰਨਾਂ ਨੂੰ ਧਿਆਇਆ, ਉਵੇਂ ਉਵੇਂ ਹਰ ਸੁੱਖ, ਸੁੱਖਾਂ ਦਾ ਵੀ ਖਜ਼ਾਨਾ ਨਿਧਾਨ ਨਾਨਕ ਦਾਸ ਪਾਇਆ। ਖਜ਼ਾਨਾ ਹੀ ਮਿਲ ਗਿਆ ਜਦੋਂ ਉਹਦੇ ਚਰਨਾਂ ਨੂੰ ਧਿਆਉਣਾ ਸ਼ੁਰੂ ਕਰਤਾ ਮਨ ਤੇ ਤਨ 'ਚ। ਹੁਣ ਚਰਨ ਪ੍ਰਮਾਤਮਾ ਦੇ ਤਾਂ ਦੀਂਦੇ ਨਹੀਂ ਹੈ, ਪ੍ਰਮਾਤਮਾ ਦਾ ਤਾਂ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਪਰ ਇੱਕ ਚੀਜ਼ ਤੁਹਾਡੇ ਕੋਲ ਆ ਜੋ ਗੁਰੂ ਨਾਨਕ ਨੇ ਦਿੱਤੀ ਹੈ, ਤੁਹਾਡਾ ਗੁਰੂ, ਜਿਹੜਾ ਪੂਰੇ ਵਰਲਡ ਦਾ ਗੁਰੂ ਆ, ਪੂਰੀ ਦੁਨੀਆ ਦਾ ਗੁਰੂ ਆ। ਜਪਜੀ ਸਾਹਿਬ ਦੀ ਬਾਣੀ 'ਚ ਲਿਖ ਕੇ ਦਿੱਤਾ, ਪਵਨ ਗੁਰੂ, ਪਵਨ ਗੁਰੂ ਪਾਣੀ ਪਿਤਾ। ਇਸ ਪਵਨ ਗੁਰੂ ਨੂੰ ਨਿਹਾਰਦਾ ਹੈ ਹਿਰਦੇ 'ਚ, ਇਹਦੇ ਚਰਨ ਪਕੜਦੇ ਆ ਨਾਭੀ ਕੇਂਦਰ 'ਚ। ਜਦੋਂ ਨਾਭੀ ਨੂੰ ਟੱਚ ਕਰਦਾ ਨਾ, ਇਹ ਸਮਝ ਲਓ ਆਪਦੇ ਪੈਰ ਲਾ ਕੇ ਮੁੜਦਾ ਪਾਲੇ 'ਤੇ, ਜਿਵੇਂ ਇੱਕ ਖਿਡਾਰੀ ਜਾਂਦਾ ਟੱਚ ਕਰਕੇ ਵਾਪਸ ਆਉਂਦਾ, ਇਵੇਂ ਜਿਵੇਂ ਇਹ ਗੁਰੂ ਚੱਲਿਆ ਅੰਦਰ, ਸੱਤੇ ਚੱਕਰਾਂ ਨੂੰ ਸ਼ਕਤੀਆਂ ਦੇਣ ਚੱਲਿਆ। ਕੱਲਾ ਪਾਉਣ ਗੁਰੂ ਨਹੀਂ, ਖਜ਼ਾਨੇ ਭਰੇ ਵਿਆ ਪ੍ਰਾਣ ਸ਼ਕਤੀ ਦੇ। ਉਹ ਸ਼ਕਤੀ ਪ੍ਰਾਣ ਕੱਲੇ ਕੱਲੇ ਸੈਂਟਰ ਨੂੰ ਬਣਦਾ ਤੁਰਿਆ ਜਾਂਦਾ, ਤੇ ਐਂਡ ਨੂੰ ਨਾਭੀ ਕੇਂਦਰ 'ਤੇ ਜੋ ਤਾਮਦੇਨ ਸੈਂਟਰ ਹੈ ਇਦੋਂ ਥੱਲੇ, ਉਹਨੂੰ ਊਰਜਾ ਦੇ ਕੇ ਵਾਪਸ ਮੁੜਿਆ ਆਉਂਦਾ, ਖਾਲੀ ਕਾਰਬਨ ਡਾਈਆਕਸਾਈਡ ਬਾਹਰ, ਫੇਰ ਅੰਦਰ। ਸਾਨੂੰ ਤਾਂ ਪਤਾ ਹੀ ਨਹੀਂ ਵਿਚਾਰਾ ਇਹ ਕਿੰਨੇ ਕੰਮ ਕਰਦਾ ਬਚਪਨ ਤੋਂ, ਅਸੀਂ ਤਾਂ ਭੁੱਲ ਜੀਏ ਜੇ ਖੁਦ ਗਿਣੀਏ। ਪਰ ਬਾਬੇ ਨੇ ਕਿਹਾ ਇਹਦਾ ਪਹਿਰੇਦਾਰ ਬਣ ਜਾ, ਇਹਦੀ ਪਹਿਰੇਦਾਰੀ ਕਰ ਜੇ ਕੁਛ ਖੱਟਣਾ। ਇਹ ਜਿੱਥੋਂ ਜਿੱਥੋਂ ਦੀ ਲੰਘਦਾ ਬੜੇ ਕਲੱਲੇ ਰਾਹ, ਬੜੇ ਸੋਹਣੇ ਸੈਂਟਰ ਵੀ ਆ। ਦੋ ਰਾਹ ਤਾਂ ਮੁੱਢਲੇ ਹੀ ਆ, ਜਿਹੜੇ ਇੜਾ ਤੇ ਪਿੰਗਲਾ, ਜਿਹੜੇ ਤੈਨੂੰ ਦਿਸਦੇ ਆ। ਪਰ ਜਿਵੇਂ ਜਿਵੇਂ ਇਹਦੇ ਨਾਲ ਆਏਗਾ, ਫਿਰ ਇਹ ਭੇਤ ਦੇਣਾ ਸ਼ੁਰੂ ਕਰੂ। ਉਹਨਾਂ ਭੇਤਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਭੇਤ ਹੈ ਕਿ ਜਿਹੜੀ ਛੁਪੀ ਹੋਈ ਜਰਨੈਲੀ ਸੜਕ ਹੈ, ਜਿਹੜੀ ਨਾਮ ਦਾ ਜਹਾਜ਼ ਬਣਦੀ ਹੈ ਕਿਸੇ ਦਿਨ ਸੁਖਮਣਾ, ਉਹ ਖੁੱਲ੍ਹਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਖੁੱਲ੍ਹਦੀ ਤਾਂ ਬਹੁਤ ਆ ਰਹੀ ਹੈ ਦਿਨ ਵਿੱਚ ਦੀ, ਪਰ ਅਸੀਂ ਗੈਰ ਹਾਜ਼ਰ ਹੁੰਦੇ ਹਾਂ, ਸਾਡੀ ਸੁਰਤ ਬਾਹਰ ਹੁੰਦੀ ਹੈ। ਜਦੋਂ ਸਾਡੀ ਸੁਰਤ ਪਵਨ ਗੁਰੂ ਦੇ ਨਾਲ ਨਾਲ ਰਹਿੰਦੀ ਹੈ ਨਾ, ਉਂਗਲ ਫੜ ਕੇ, ਤੇ ਉਹਨੂੰ ਪਤਾ ਲੱਗਦਾ ਜਦੋਂ ਉਹ ਗੇਅਰ ਬਦਲਦੀ ਆ, ਜਦੋਂ ਏੜਾ ਪਿੰਗਲਾ ਤੋਂ ਹਟ ਕੇ ਸੁਖਮਣਾ ਖੁੱਲ੍ਹਦੀ ਆ ਨਾ, ਦੋਨੇ ਨਾਸਾਂ 'ਚੋਂ ਸਾਹ ਚੱਲਣਾ ਸ਼ੁਰੂ ਹੁੰਦਾ, ਉਦੋਂ ਸਾਡੀ ਜੇ ਸੁਰਤ ਹਾਜ਼ਰ ਹੈ ਤਾਂ ਪਕੜ ਜਾਂਦੀ ਹੈ ਤਿਰਕੁਟੀ ਨੂੰ। ਫਿਰ ਕੱਲੀ ਜਦੋਂ ਵਾਪਸੀ ਆਉਂਦੀ ਹੈ, ਉਦੋਂ ਪ੍ਰਾਣ ਸ਼ਕਤੀ ਦੇ ਨਾਲੋਂ ਸਵਾਸਾਂ ਦੀ ਹਾਜ਼ਰੀ ਤਿਰਕੁਟੀ 'ਚ ਵੀ ਲੱਗਦੀ ਹੈ। ਭਾਈ ਗੁਰਦਾਸ ਨੇ ਬੜਾ ਸੋਹਣਾ ਚਿੱਤਰ ਚਿਤਰਿਆ, ਇਹ ਆਪਾਂ ਸਾਂਝ ਪਾਵਾਂਗੇ ਕੱਲੀ ਲੱਗ ਹੁਕਮਨਾਮਾ ਸਾਹਿਬ ਤੋਂ ਲੱਗਣਾ ਗੱਲ ਕਰਾਂਗੇ। ਜਿਹੜਾ ਭਾਈ ਗੁਰਦਾਸ ਨੇ ਵੀ ਮਰਜ਼ਾਦਾ ਦੱਸੀ ਹੈ ਨਾ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ, ਤਾਂ ਹੀ ਸਤਿਗੁਰਾਂ ਨੇ ਕੁੰਜੀ ਕਿਹਾ ਗੁਰਬਾਣੀ ਦੀ। ਪਵਨ ਗੁਰੂ ਪਾਣੀ ਪਿਤ ਜਾਤਾ, ਉਧਰ ਸੰਜੋਗੀ ਧਰਤੀ ਮਾਤਾ, ਸਾਰਾ ਦੱਸਿਆ ਵੀ ਕਿਵੇਂ ਕਿਵੇਂ ਕਰਨਾ। ਫਿਰ ਏੜਾ ਪਿੰਗਲਾ ਸੁਖਮਣਾ ਲੰਘ ਕੇ ਕਿਵੇਂ ਤਿਰਕੁਟੀ 'ਚ ਉਹ ਪ੍ਰਕਾਸ਼ ਦੇ ਚਾਨਣ ਪ੍ਰਕਾਸ਼ ਨੂੰ ਵੇਖਣਾ, ਆਨੰਦ ਮਾਣਨਾ,
ਕਿਵੇਂ ਫਿਰ ਉਹ ਖੁਸ਼ੀਆਂ ਖੇੜੇ, ਦਸਮ ਦੁਆਰ ਨੂੰ ਜਾਣ ਦੇ ਰਾਹ, ਸੁੰਨ ਸਮਾਧੀਆਂ ਦੇ ਰਾਹ, ਇੱਕ ਆਪਣਾ ਹੀ ਸੰਸਾਰ ਆ। ਬਾਹਰੀ ਤੌਰ 'ਤੇ ਤਾਂ ਫਿਰ ਲੋਗਣ ਸਿਓ ਮੇਰਾ ਠਾਠਾ ਬਾਗਾ, ਚਿੱਤ ਮੇਰਾ ਹਰ ਸਿਓ ਲਾਗਾ ਵਾਲੀ ਗੱਲ ਹੈ। ਚਿੱਤ ਤਾਂ ਫਿਰ ਇੱਥੇ ਲੱਗਿਆ ਹੁੰਦਾ, ਆ ਹਰੀ ਦੇ ਚਰਨਾਂ ਨਾਲ ਆਉਂਦੇ ਜਾਂਦੇ, ਗੁਰੂ ਦੇ ਚਰਨਾਂ ਨਾਲ, ਤਿਰਕੁਟੀ ਨਾ, ਇੜਾ ਪਿੰਗਲਾ ਨਾ, ਸੁਖਮਣਾ ਨਾ, ਨਾਭੀ ਨਾ, ਇਹੀ ਆਪਦਾ ਸੰਸਾਰ ਬਣ ਜਾਂਦਾ। ਸਾਰੇ ਆਨੰਦ ਦਿੰਦੇ ਆ। ਸੱਤੇ ਚੱਕਰਾਂ ਨਾਲ, ਕੱਲੇ ਕੱਲੇ ਚੱਕਰ ਦਾ ਇੱਕ ਸੰਸਾਰ ਹੈ। ਐਂ ਬਾਜ਼ਾਰ ਘੁੰਮਦੇ ਫਿਰਦੇ ਆਂ ਦੇ ਵੀ ਜਿਵੇਂ ਚੰਡੀਗੜ੍ਹ 'ਚ ਫਿਰਦੇ ਹੁੰਦੇ 17 ਸੈਕਟਰ 'ਚ, ਸੁਰਤ ਦੀ ਚੜ੍ਹਦੀ ਕਲਾ 'ਚ ਰਹਿੰਦੀ ਹੈ। ਉਹ ਚੀਜ਼ਾਂ ਹੌਲੀ ਹੌਲੀ ਮਿਲਦੀਆਂ, ਹੌਲੀ ਹੌਲੀ ਰਾਹ ਮਿਲਦੇ ਆ। ਬਾਹਰੋਂ ਨੱਕ ਮੋੜਨਾ ਪੈਂਦਾ, ਬਾਹਰੋਂ ਤਾਂ ਫਿਰ ਬਸ ਠਾਠਾ ਬਾਗਾ ਹੀ ਹੁੰਦਾ ਵੀ ਜਿਹੜੀ ਗੱਲ ਵੀ ਨਾ ਸਰਦਾ ਹੀ ਨਹੀਂ। ਆਪਦੀ ਕਿਰਤ ਬਿਰਤ ਕਮਾਉਣੀ ਹੈ, ਆ ਪੇਟ ਲਾਇਆ ਪਰਮ ਪਿਤਾ ਨੇ, ਇਹਨੂੰ ਖਾਣ ਨੂੰ ਦੇਣਾ। ਜਿਹੜੇ ਕੋਈ ਨਾਲ ਜੁੜੇ ਆ, ਭੈਣ ਭਾਈ ਆ, ਬੱਚੇ ਆ, ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਕਰਨਾ ਹੈ। ਉਦੋਂ ਅੱਗੇ ਨਹੀਂ, ਉਦੋਂ ਅੱਗੇ ਟਾਈਮ ਆਪਣੇ ਆਪ ਨੂੰ ਚਾਹੀਦਾ। ਜਿਹੜਾ ਬੰਦਾ ਆਪਦਾ ਪਰਸਨਲ 2.5 ਘੰਟੇ ਟਾਈਮ ਨਹੀਂ ਨਾ ਰੱਖਦਾ, ਅੱਜ ਉਹ ਟਾਈਮ ਨੂੰ ਵੀ ਬੱਚਿਆਂ ਖਾਤਰ ਜਾਂ ਬਾਹਲੇ ਕੰਮਾਂ ਖਾਤਰ ਖਰਚੀ ਜਾਂਦਾ, ਪਛਤਾਊਗਾ। ਕਿਸੇ ਨੇ ਕੁਛ ਨਹੀਂ ਦੇਣਾ ਇਹਨਾਂ ਨੇ। ਟਾਈਮ ਟਾਈਮ 'ਤੇ ਇਹਨਾਂ ਨੇ ਉਡਾਰੀਆਂ ਮਾਰ ਜਾਣੀਆਂ ਸਾਰਿਆਂ ਨੇ। ਕੱਲਾ ਬੈਠਾ ਝਾਕੇਗਾ ਐਂ ਸਿਰ ਹਿੱਲਣ ਲੱਗ ਜਾਂਦਾ ਬੁੜੇ ਹੋਇਆਂ ਦੇ। ਨਾ ਕੁਛ ਜਾਪ ਪਾਠ ਕੁਛ ਨਹੀਂ ਹੋ ਸਕਦਾ। ਫਿਰ ਤਾਂ ਫੂਕਾਂ ਜਿਹੀਆਂ ਵੱਜੀ ਜਾਂਦੀਆਂ, ਦੰਦ ਨਿਕਲ ਜਾਂਦੇ ਆ। ਕੋਈ ਮੰਤਰ ਨਹੀਂ ਜਪੀਦਾ। ਫਿਰ ਤਾਂ ਐਵੇਂ ਇੱਕ ਤਰਲੇ ਆ। ਜਿੱਦੇ ਤੋਂ ਗੱਲ ਸੁਣ ਲਈ, ਹੋਸ਼ ਆ ਗਿਆ, ਆਪਦਾ 1.25 ਘੰਟਾ ਸੁਬਾਹ, 1.25 ਸ਼ਾਮ ਦਾ ਫੋਨ ਫਾਨ ਬੰਦ। ਆਪਣੇ ਲਈ ਰੱਖੋ, ਆਪਣਾ ਨਿਤਨੇਮ, ਆਪਣਾ ਗੁਣਗੁਣਾਉਣਾ, ਆਪਣੇ ਆਪ ਨੂੰ ਜਾਣਨਾ, ਆਪਣੇ ਸਵਾਸਾਂ 'ਤੇ ਧਿਆਨ ਦੇਣਾ। ਇਹ ਸ਼ੁਰੂ ਕਰ ਲਓ। ਇਹ ਰਾਹ ਨੇ ਗਾਹਾਂ ਵੱਧਦੇ ਜਾਣਾ। ਇਹ ਅਧਿਆਤਮ ਦਾ ਰਾਹ ਵੀ ਸੰਗੀਤ ਦੇ ਰਾਹ ਵਰਗਾ ਹੈ। ਮੰਨ ਲਓ ਜਿਹੜਾ ਬੰਦਾ ਸੰਗੀਤ ਸਿੱਖਦਾ ਹੀ ਨਹੀਂ, ਜਾਣਦਾ ਹੀ ਨਹੀਂ, ਸੰਗੀਤ ਦਾ ਪਤਾ ਹੀ ਨਹੀਂ, ਉਹਨੂੰ ਭਾਵੇਂ ਕਿਤੇ ਭੀਮ ਸੈਨ ਜੋਸ਼ੀ ਟੱਕਰ ਜੇ, ਉਹਨੂੰ ਕੀ ਦੇ ਸਕਦਾ ਵੀ। ਪੰਡਿਤ ਜਸਰਾਜ ਟੱਕਰ ਜੇ ਉਹਨੂੰ ਤਾਂ ਭਾਵੇਂ ਕਿਤੇ, ਉਹ ਤਾਂ ਕਹੂਗਾ ਬੁੜਾ ਜਿਹਾ ਬੈਠਾ, ਚਾਹ ਪਾਣੀ ਪਿਆਇਆ ਸੀ, ਬਸ ਹੋਰ 2 ਗੱਲਾਂ ਸੁਣ ਲਈਆਂ। ਉਹਨੂੰ ਤਾਂ ਪਤਾ ਹੀ ਨਹੀਂ ਵੀ ਮੈਂ ਕਿੱਡੀ ਹਸਤੀ ਦੇ ਕੋਲ ਦੀ ਲੰਘ ਗਿਆ, ਕਿਹਦੇ ਕੋਲੇ ਬੈਠਾ ਰਿਹਾ। ਤੇ ਉਹ ਜੇ ਲੈਣਾ ਵੀ ਚਾਹੇ ਲੈ ਵੀ ਕੀ ਸਕਦਾ, ਤੇ ਉਹ ਬਾਬਾ ਜੇ ਦੇਣਾ ਵੀ ਚਾਹੇ ਦੇ ਵੀ ਕੀ ਸਕਦਾ, ਕਿਉਂਕਿ ਉਹਦਾ ਉਹ ਰਾਹ ਹੀ ਨਹੀਂ। ਤੇ ਉਹੀ ਜਿਹੜਾ ਬੱਚਾ ਬਚਪਨ ਤੋਂ ਲੱਗਿਆ ਵਾ ਸੰਗੀਤ ਦੀ ਸਾਧਨਾ ਕਰਨ, ਉਹਨੂੰ ਕਿਤੇ ਜੇ 15 ਮਿੰਟ ਵੀ ਮਿਲ ਗਏ ਉਹਦੀ ਸੰਗਤ 'ਚ ਬੈਠਣ ਦੇ, ਤੇ 15 ਮਿੰਟਾਂ 'ਚ ਹੀ ਉਹਨੇ 2-4 ਸੂਤਰ ਦੇਤੇ, ਜ਼ਿੰਦਗੀ ਭਰ ਲਈ ਰੋਟੀ ਪਾ ਜੂਗਾ ਉਹਨੂੰ। ਤੇ ਉਹਨਾਂ 2-4 ਤਾਨਾਂ ਸਿਰ 'ਤੇ, 2-4 ਸੂਤਰਾਂ ਸਿਰ 'ਤੇ ਉਹ ਦੁਨੀਆ ਜਿੱਤ ਸਕਦਾ। ਕਿਉਂਕਿ ਉਹਦੀ ਸਾਧਨਾ ਬਚਪਨ ਤੋਂ ਸੀਗੀ। ਇੱਕ ਪੁਆਇੰਟ 'ਤੇ ਆਈ ਖੜੀ ਸੀ, ਉਹਨੂੰ ਉਦੋਂ ਅੱਗੇ ਖੁੱਲ੍ਹਦਾ ਨਹੀਂ ਸੀ ਕੁਛ। ਉਹਨੂੰ ਜੇ 2-4 ਰਾਗ ਕਢਾਤੇ, ਉਹਨੇ ਬੈਠੇ ਨੇ ਕਦੇ 10 ਤੇ ਸੂਤਰ, ਇੱਕ ਪੁਆਇੰਟ ਹੀ ਹੁੰਦਾ। ਪੁੱਤ ਪੋਤਿਆਂ ਦੀ ਰੋਟੀ ਕਮਾ ਕੇ ਰੱਖ ਸਕਦਾ ਉਹ, ਸਿਰਫ ਉਹ ਪੁਆਇੰਟ ਦੇ ਸਿਰ 'ਤੇ ਜਿਹੜਾ ਦੇ ਕੇ ਜਾਊ ਗੁਰੂ। ਪਰ ਲੈਣ ਜੋਗਾ ਤਾਂ ਹੋਵੇ। ਤੇ ਜਿਹਦੀ ਸਾਧਨਾ ਨਹੀਂ, ਉਹ ਸਕੇ ਪੁੱਤ ਨੂੰ ਨਹੀਂ ਦੇ ਸਕਦਾ। ਮਹਾਨ ਤੋਂ ਮਹਾਨ ਸੰਗੀਤਕਾਰ ਜੇ ਪੁੱਤ ਦਾ ਧਿਆਨ ਨਹੀਂ ਸੰਗੀਤ ਕਰਨੀ, ਉਹਨੂੰ ਨਹੀਂ ਕੁਛ ਦੇ ਸਕਦਾ। ਇਹ ਐਂ ਉਲਝੀਆਂ ਹੋਈਆਂ ਗੱਲਾਂ, ਇਵੇਂ ਜਿਵੇਂ ਅਧਿਆਤਮ ਦੇ ਖੇਤਰ 'ਚ ਹੈ। ਜੇ ਮੂਹਰੋਂ ਕਿਸੇ ਦੀ ਮੰਗ ਹੀ ਹੈ ਨਹੀਂ, ਮੂਹਰੋਂ ਤਿਆਰੀ ਹੈ ਨਹੀਂ, ਉਹ ਚਾਹੁੰਦੇ ਹੀ ਨਹੀਂ, ਜਾਂ ਉਹਨੂੰ ਪਤਾ ਹੀ ਨਹੀਂ ਹੈ ਵੀ ਇਹ ਹੁੰਦਾ ਸਿਸਟਮ ਕੀ ਹੈ, ਕੋਈ ਸਾਧਨਾ ਨਹੀਂ, ਉਹਨੂੰ ਜਿਹੜਾ ਪਹੁੰਚਿਆ ਵਾ ਵੀ ਹੈ, ਜਿਹਨੂੰ ਪਤਾ ਵੀ ਹੈ ਸਾਰੇ ਕਹੇਦਾ, ਦੇ ਕਿਵੇਂ ਦੇਵੇ, ਕੀ ਦੇ ਉਹਨੂੰ, ਕੀ ਸਮਝਾ ਦੇ। ਬਹੁਤ ਔਖਾ, ਬਹੁਤ ਜ਼ਿਆਦਾ ਔਖਾ। ਕਦੇ ਹੀ ਕੋਈ ਟੱਕਰਦਾ ਕਰੋੜਾਂ 'ਚੋਂ ਇੱਕ, ਲੱਖਾਂ 'ਚੋਂ ਇੱਕ। ਇਹੀ ਕਾਰਨ ਹੈ, ਬਚਪਨ ਤੋਂ ਤਿਆਰੀ ਰੱਖੋ। ਥੋੜ੍ਹਾ ਕਰੋ, ਬਹੁਤਾ ਕਰੋ, 10 ਮਿੰਟ ਲਾਓ, 5 ਲਾਓ, ਕਿਤੇ 1.25 ਘੰਟੇ ਦੇ ਚੱਕਰ 'ਚ ਜ਼ਿੰਦਗੀ ਨਾ ਖਰਾਬ ਕਰੋ। 1.25 ਮਿੰਟ ਲਾਓ। ਜੇ 1 ਮਿੰਟ ਵੀ ਰੋਜ਼ ਲਾਓਗੇ ਨਾ, ਮਹੀਨੇ ਦੇ 30 ਮਿੰਟ ਹੋ ਗਏ, 2 ਮਹੀਨੇ ਦਾ ਘੰਟਾ ਬਣ ਗਿਆ, ਬਹੁਤ ਹੁੰਦਾ। ਅਸੀਂ ਹਨੇਰੇ ਕਮਰੇ 'ਚ ਉੱਠ ਕੇ ਲਾਈਟ ਛੱਡਦੇ ਹਾਂ,
ਕਿੰਨਾ ਕੁ ਟਾਈਮ ਦਿੰਦੇ ਅਸੀਂ ਲਾਈਟ ਛੱਡਣ ਨੂੰ? 1 ਸਕਿੰਟ। 1 ਸਕਿੰਟ ਅਸੀਂ ਲਾਈਟ ਛੱਡਣ ਨੂੰ ਦਿੰਦੇ ਹਾਂ, ਸਾਡਾ ਕਮਰਾ ਰੌਸ਼ਨ ਹੋ ਜਾਂਦਾ। ਤੇ ਆਈ ਸਾਡੀ ਜ਼ਿੰਦਗੀ ਲੰਘ ਜਾਂਦੀ ਹੈ 1 ਸਕਿੰਟ ਨਾਲ। ਜੇ ਅਸੀਂ 1 ਮਿੰਟ ਵੀ ਇਹਨੂੰ ਜਾਣਨ ਨੂੰ ਦੇ ਦਈਏ ਨਾ, 1 ਮਿੰਟ, ਜੀਵਨ ਸਫਲਾ ਹੋ ਜਾਊਗਾ। ਉਹ 1 ਮਿੰਟ ਹੌਲੀ ਹੌਲੀ 2 4 6 ਮਿੰਟ ਬਣਦਾ, ਕਿਉਂਕਿ ਅੱਜ ਜ਼ੋਰ ਆ ਤੁਹਾਡੇ ਤੇ, ਕਾਮਨਾਵਾਂ ਦਾ, ਜਵਾਨੀ ਦਾ, ਸਾਰੇ ਕਾਹੇ ਦਾ। ਤੁਹਾਨੂੰ ਬਹੁਤ ਲੋਕ ਚੁੰਬੜੇ ਪਏ, ਤੁਹਾਡੇ ਕੋਲ ਟਾਈਮ ਹੈ ਨਹੀਂ। 1 ਮਿੰਟ ਹੀ ਹੈ। ਤੁਸੀਂ ਯਾਦ ਰੱਖਿਓ, ਤੁਸੀਂ ਮਿੰਟ ਦਾ ਖੜਾਣਾ ਛੱਡੋ, ਹੌਲੀ ਹੌਲੀ ਇਹਨਾਂ ਨੇ ਘਟਦੇ ਜਾਣਾ। ਤੁਹਾਡੇ ਕੋਲ ਟਾਈਮ ਵੱਧਦਾ ਜਾਣਾ। ਇੱਕ ਦਿਨ ਤੁਹਾਡੇ ਕੋਲ ਟਾਈਮ ਹੀ ਟਾਈਮ ਹੋਣਾ। ਜੇ ਤੁਹਾਡਾ ਸੂਤਰ ਪਹਿਲਾਂ ਤੋਂ ਪਕੜਿਆ ਵਾ, ਤੁਸੀਂ ਛੜੱਪੇ ਮਾਰ ਕੇ ਜਾ ਵੜੋਗੇ ਉਸੇ ਰਸਤੇ। ਕੋਈ ਰਸਤਾ ਤੁਹਾਨੂੰ ਪਤਾ, ਪਹਿਲਾਂ ਟਾਈਮ ਘੱਟ ਸੀ, ਟਾਈਮ ਵੱਧ ਜਾਣਾ ਹੈ, ਪਰ ਸੂਤਰ ਤੁਹਾਡੇ ਕੋਲੇ ਹੈਗਾ। ਤੁਸੀਂ ਉਹ ਲੜੀ ਪਰੋਂਦੇ ਤੁਰੇ ਆਉਂਦੇ ਸੀ, ਤੁਹਾਡੇ ਕੋਲੇ ਪਿੰਨਾ ਐਡਾ ਬਣ ਜਾਣਾ। ਅੱਜ ਤੁਸੀਂ ਧਾਗਾ 1 ਗੇੜਾ ਦਿੱਤਾ ਪਿੰਨੀ ਤੇ, ਦੂਜੇ ਦਿਨ 1 ਗੇੜਾ ਦਿੱਤਾ, ਐਂ ਕਰਦੇ ਕਰਦੇ ਹੋ ਸਕਦਾ ਤੁਸੀਂ ਸਾਲ 'ਚ ਐਡਾ ਕੁ ਪਿੰਨਾ ਵੱਟਿਆ ਹੋਵੇ। ਪਰ ਜਿੱਦੇ ਤੁਹਾਡੇ ਕੋਲ ਟਾਈਮ ਹੀ ਟਾਈਮ ਹੋਇਆ, ਤੁਸੀਂ ਆਥਣ ਨੂੰ ਉਹ ਪਿੰਨੇ ਨੂੰ ਐਡਾ ਬਣਾ ਲਓਗੇ। ਤੇ ਜਿੰਨਾ ਉਹ ਪਿੰਨਾ ਭਾਰੀ ਹੁੰਦਾ ਜਾਣਾ, ਉਨੀ ਗੁੱਡੀ ਚੜ੍ਹਦੀ ਜਾਣੀ ਆ, ਉਨੀ ਗੁੱਡੀ ਚੜ੍ਹਦੀ ਜਾਣੀ ਆ। 1 ਮਿੰਟ ਤੋਂ ਸ਼ੁਰੂ ਕਰ ਲਓ ਮਿੱਤਰੋ, ਬੈਠਿਆ ਕਰੋ। ਗੁਰੂ ਨਾਨਕ ਦੀ ਪਾਓ ਗਵਾਹੀ, ਧੰਨ ਗੁਰੂ ਨਾਨਕ ਕਹਿ ਕੇ ਕਿ ਪਾਤਸ਼ਾਹ ਜਪਜੀ ਸਾਹਿਬ ਦੀ ਬਾਣੀ 'ਚ ਤੁਸੀਂ ਕਿਹਾ ਕਿ ਕਰਤਾ ਪੁਰਖ ਇੱਕ ਹੈ, ਤੁਸੀਂ ਕਿਹਾ ਕਿ ਉਹ ਸਾਰੇ ਸਰਬ ਵਿਆਪਕ ਹੈ। ਸਾਨੂੰ ਤਾਂ ਤੁਸੀਂ ਦੱਸਿਆ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਥੇ ਤਾਂ ਡੋਡੀ ਸਿਖਾਉਂਦੇ ਆ ਸਾਨੂੰ ਤਾਂ ਸਾਰੇ, ਪਰ ਬਾਬਾ ਮੈਂ ਤਾਂ ਤੇਰੀ ਗੱਲ ਮੰਨੂ। ਤੂੰ ਕਿਹਾ ਵੀ ਜੇ ਜੁਗਚਾਰੇ ਆਰਜ ਵਾਲੀ ਗੱਲ, ਨਦਰ ਵਾਲੀ ਗੱਲ ਲੈਣ ਵਾਸਤੇ ਮੈਂ ਬੈਠਾ। ਤੂੰ ਕਿਹਾ ਕਿ ਪਵਨ ਗੁਰੂ ਆ, ਮੈਂ ਮੰਨ ਲਿਆ। ਇਹ ਪਵਨ ਜਦੋਂ ਅੰਦਰ ਜਾਂਦੀ ਆ, ਬਾਹਰ ਆਉਂਦੀ ਆ, ਮੈਂ ਤੇਰੇ ਆਖੇ 1 ਮਿੰਟ ਰੋਜ਼ਾਨਾ ਲਾਇਆ ਕਰੂੰ। ਮੈਂ ਬਾਂਹ ਫੜਾਤੀ ਤੈਨੂੰ, ਹੁਣ ਇਦੋਂ ਅੱਗੇ 1 ਤੋਂ 10 ਮਿੰਟ ਜਦੋਂ ਮਰਜ਼ੀ ਬਣਾ ਦੀ, ਫਿਰ ਜ਼ਿੰਮੇਵਾਰੀ ਉਹਦੀ ਆ। ਕਿਉਂਕਿ ਜਿੰਨਾ ਚਿਰ 1 ਨਹੀਂ ਲਾਉਂਦੇ, ਉਹਨਾਂ ਚਿਰ ਤੁਸੀਂ ਆਜ਼ਾਦ ਹੋ। ਕਿਸੇ ਵੀ ਤੁਰੇ ਫਿਰਦੇ ਬੰਦੇ ਨੂੰ ਖਿੱਚ ਕੇ ਲਾਉਂਦਾ ਨਹੀਂ ਗੁਰੂ, ਫਿਰ ਆਜ਼ਾਦੀ 'ਚ ਖਰਲ ਪੈਂਦਾ। ਸਾਨੂੰ ਕਹਿਣਾ ਪੈਣਾ, ਸਾਨੂੰ ਸਰੈਂਡਰ ਕਰਨਾ ਪੈਣਾ। 1 ਮਿੰਟ ਲਾਉਂਦਿਆਂ ਗੱਲ ਬਣ ਜਾਣੀ ਹੈ। ਬੈਠਿਆ ਕਰੋ। ਜਿਹੜੇ ਗੁਰਮੁਖ ਬਹਿੰਦੇ ਆ, ਜਿਹੜੇ ਕਹਿੰਦੇ ਆ ਮਨ ਨਹੀਂ ਟਿਕਦਾ, ਬਾਣੀ ਪੜ੍ਹਦਿਆਂ ਵੀ ਸੁਰਤੀਆਂ ਕਿਤੇ ਹੋਰ ਜਾਂਦੀਆਂ। ਬਾਣੀ ਇਸ ਲਈ ਪੜ੍ਹਨੀ ਸੀ ਕਿ ਬਹਿਣਾ ਹੈ। ਜੇ ਹੁਣ ਤੁਹਾਨੂੰ ਬੈਠਣ ਵਾਲੀ ਗੱਲ ਦਾ ਪਤਾ ਲੱਗ ਗਿਆ, ਬੈਠ ਕੇ ਆਉਂਦੇ ਜਾਂਦੇ ਸਵਾਸਾਂ ਨੂੰ ਵੇਖਣ ਦੀ ਕੋਸ਼ਿਸ਼ ਕਰੋ। ਇਹ ਸਾਧਨਾ ਨੇ ਹੀ ਤੁਹਾਨੂੰ ਮੁਕਤ ਕਰਨਾ ਹੈ। ਪਵਨ ਗੁਰੂ ਦੇ ਚਰਨਾਂ ਦੇ ਧਿਆਨ ਨਹੀਂ ਮੁਕਤ ਕਰਨਾ ਹੈ। ਪਾਣੀ ਪਿਤਾ ਨੇ ਮੁਕਤੀ ਦੇਣੀ ਆ। ਇਸ਼ਨਾਨ ਕਰਨ ਵੇਲੇ ਵੀ ਚੜ੍ਹਦੀ ਕਲਾ ਬਾਰੇ ਸੋਚਣਾ, ਜਲ ਛਕਣ ਵੇਲੇ ਵੀ ਚੜ੍ਹਦੀ ਕਲਾ ਬਾਰੇ ਸੋਚਣਾ ਹੈ। ਧਰਤੀ ਮਾਤਾ ਨੇ ਆਪਣੀ ਗੋਦ ਦਾ ਆਸਰਾ ਦੇ ਹੀ ਰੱਖਣਾ, ਉਹਦਾ ਸਤਿਕਾਰ ਕਰਨਾ ਹੈ, ਚੜ੍ਹਦੀ ਕਲਾ 'ਚ ਰਹਿਣਾ, ਸਰਬੱਤ ਦਾ ਭਲਾ ਮੰਗਣਾ ਹੈ, ਸਰਬੱਤ ਦਾ ਭਲਾ ਕਰਨਾ ਹੈ, ਚੰਗੀ ਸੋਚ ਰੱਖਣੀ ਹੈ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਨੀਤ। ਬਹੁਤ ਰਹਿਮਤਾਂ, ਬਹੁਤ ਕਿਰਪਾ ਸਤਿਗੁਰਾਂ ਦੀ। ਠੀਕ ਹੈ ਜੀ, ਸਤਿਗੁਰੂ ਰਹਿਮਤ ਕਰਨ। ਆਇਓ, ਕੱਲ੍ਹ ਨੂੰ ਮਿਲਦੇ ਆ ਬਰਸੀ ਦੇ ਸਮਾਗਮਾਂ 'ਤੇ। ਇਸੇ ਤਰ੍ਹਾਂ ਅੱਗੇ ਜੋ ਜੋ ਹੁਕਮ ਆਉਣਗੇ, ਕਾਰ ਸੇਵਾ ਵਾਸਤੇ ਤਿਆਰ ਰਹੋ। ਜਿੰਨਾ ਕੁ ਤਿਲ ਫੁੱਲ ਤੁਸੀਂ ਭੇਜਣਾ ਹੈ ਭੇਜ ਸਕਦੇ ਹੋ, ਆ ਕੇ ਲਾ ਸਕਦੇ ਹੋ, ਜਾਂ ਸਾਨੂੰ ਬੁਲਾ ਸਕਦੇ ਹੋ। ਪੂਰੇ ਜਥੇ ਸਮੇਤ ਸਾਰੇ ਸਿੰਘ ਪਹੁੰਚਿਆ ਕਰਨਗੇ। ਅਗਲਾ ਜਿਹੜਾ ਜੀਵਨ ਆ, ਹੁਣ ਪਹਿਲਾਂ ਸਾਂਭਣ 'ਤੇ ਲਾਇਆ, ਹੁਣ ਕਾਰ ਸੇਵਾ 'ਤੇ ਲਾਉਣਾ ਹੈ। ਇਹ ਦਾਤ ਜਿਵੇਂ ਜਿਵੇਂ ਮਾਤਾ ਬਖਸ਼ ਰਹੇ ਆ, ਉਵੇਂ ਉਵੇਂ ਆਪਾਂ ਅੱਗੇ ਵੱਧ ਰਹੇ ਹਾਂ। ਸਾਰਿਆਂ ਦਾ ਕਟਾਣ ਕੋਟ ਧੰਨਵਾਦ। ਗੱਜ ਕੇ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।